ਪੰਜਾਬੀ ਸਾਹਿਤ ਚੈਨਲ 'ਤੇ ਸਾਰਿਆਂ ਦਾ ਸਵਾਗਤ ਹੈ ਬਈ। ਕਵਿਤਾ ਦੇ ਪਰੰਪਰਾਗਤ ਰੂਪ ਕਰ ਰਹੇ ਸੀ। ਸਾਹਿਤ ਦੇ ਰੂਪ ਵਿੱਚ ਕਵਿਤਾ ਦੇ ਪਰੰਪਰਾਗਤ ਰੂਪਾਂ ਵਿੱਚ ਸ਼ਬਦ, ਸ਼ਲੋਕ, ਕਾਫੀ, ਰੁਬਾਈ, ਬਾਰਾਂਮਾਹ, ਵਾਰ, ਕਿੱਸਾ, ਜੰਗਨਾਮਾ, ਸੀਰਫ਼ੀ, ਇਹ ਸਾਰੇ ਕਵਿਤਾ ਦੇ ਪਰੰਪਰਾਗਤ ਰੂਪਾਂ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਪਿਛਲੀ ਵੀਡੀਓ ਵਿੱਚ। ਤੇ ਅੱਜ ਬਿਰਤਾਂਤ ਕਾਵਿ, ਪ੍ਰਗੀਤ, ਨਜ਼ਮ, ਗਜ਼ਲ ਬਾਰੇ ਜਾਣਾਂਗੇ। ਬਿਰਤਾਂਤਕ ਕਾਵਿ ਕੀ ਹੈ? ਬਿਰਤਾਂਤਕ ਕਾਵਿ ਵਿੱਚ ਕਥਾ ਰਸ ਪ੍ਰਧਾਨ ਹੁੰਦਾ ਹੈ ਅਤੇ ਇਹ ਬਾਹਰ ਮੁਖੀ ਹੁੰਦਾ ਹੈ। ਬਿਰਤਾਂਤਕ ਕਾਵਿ ਦੂਜਿਆਂ ਜਜ਼ਬਿਆਂ ਨੂੰ ਕਵਿਤਾ ਦੀ ਵਿਸ਼ੇਸ਼ ਸਮੱਗਰੀ ਪ੍ਰਦਾਨ ਕਰਦਾ ਹੈ। ਬਿਰਤਾਂਤਕ ਕਾਵਿ ਵਿੱਚ ਰਚਨਾਕਾਰ ਦੀ ਸ਼ਖਸੀਅਤ ਸਿੱਧੇ ਤੌਰ 'ਤੇ ਨਹੀਂ ਬਲਕਿ ਅਸਿੱਧੇ ਤੌਰ 'ਤੇ ਪ੍ਰਗਟ ਹੁੰਦੀ ਹੈ। ਬਿਰਤਾਂਤਕ ਕਾਵਿ ਦੋ ਤਰ੍ਹਾਂ ਦਾ ਹੁੰਦਾ ਹੈ: ਦੀਰਘ ਬਿਰਤਾਂਤਕ ਕਾਵਿ ਅਤੇ ਲਘੂ ਬਿਰਤਾਂਤਕ ਕਾਵਿ। ਦੀਰਘ ਬਿਰਤਾਂਤਕ ਕਾਵਿ ਵਿੱਚ ਮਹਾਂਕਾਵਿ ਅਤੇ ਖੰਡ ਕਾਵਿ ਸ਼ਾਮਿਲ ਹੋ ਜਾਂਦੇ ਹਨ। ਦੀਰਘ ਬਿਰਤਾਂਤ ਵਿੱਚ ਮਹਾਂਕਾਵਿ ਅਤੇ ਖੰਡ ਕਾਵਿ। ਲਘੂ ਬਿਰਤਾਂਤ ਵਿੱਚ ਵਾਰ, ਪਦ ਕਥਾ, ਕਥਾ ਗੀਤ, ਛੋਟੇ ਰੂਪ ਸ਼ਾਮਿਲ ਹਨ। ਦੀਰਘ ਬਿਰਤਾਂਤਕ ਕਾਵਿ ਵਿੱਚ ਵਕਤਾ ਤੇ ਸਰੋਤਾ ਲੰਬੇ ਵਕਫੇ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਸਰੋਤਾ ਪਾਠਕ ਮਹਿਸੂਸ ਕਰਦਾ ਹੈ ਕਿ ਇਹ ਇੱਕ ਦੀਰਘ ਜੋ ਰੂਪ ਹੈ ਉਸਨੂੰ ਮਹਿਸੂਸ ਹੋ ਜਾਂਦਾ ਹੈ ਕਿਉਂਕਿ ਉਹ ਲੰਮੇ ਵਕਫੇ ਵਿੱਚ ਵੱਜ ਜਾਂਦੇ ਹਨ। ਅਤੇ ਲਘੂ ਬਿਰਤਾਂਤਕ ਕਾਵਿ ਵਿੱਚ ਵਕਤਾ ਤੇ ਸਰੋਤਾ ਦੇ ਸੰਬੰਧਾਂ ਵਿੱਚ ਤੇਜ਼ੀ ਅਤੇ ਕਾਹਲੀ ਹੁੰਦੀ ਹੈ। ਵਕਤਾ ਵਾਧੂ ਵਿਸਥਾਰ ਨਹੀਂ ਕਰਦਾ ਅਤੇ ਵਕਤਾ ਅਤੇ ਸਰੋਤਾ ਦਾ ਸੰਬੰਧ ਵਪਾਰਕ ਹੁੰਦਾ ਹੈ। ਇਹ ਸੀ ਬਿਰਤਾਂਤਕ ਰੂਪ ਬਾਰੇ। ਲਘੂ ਬਿਰਤਾਂਤ ਕਾਵਿ ਵਰਤਮਾਨ ਜ਼ਿੰਦਗੀ ਦੀ ਪੇਸ਼ਕਾਰੀ ਕਰਦਾ ਹੈ ਅਤੇ ਇਸ ਵਿੱਚ ਲੌਕਿਕ ਰੂਪ ਨੂੰ ਵਧੇਰੇ ਮਾਨਤਾ ਪ੍ਰਾਪਤ ਹੈ। ਬਿਰਤਾਂਤਕ ਕਾਵਿ ਵਿੱਚ ਕਹਾਣੀ ਦੇ ਪਾਤਰ ਕਵੀ ਪਾਸੋਂ ਲੁਕੇ ਹੁੰਦੇ ਹਨ ਜਾਂ ਅੱਡਰੇ ਹੁੰਦੇ ਹਨ, ਪਰ ਨਾਟ ਕਾਵਿ ਵਿੱਚ ਸਥਿਤੀ ਉਲਟ ਹੁੰਦੀ ਹੈ। ਨਾਟ ਕਾਵਿ ਵਿੱਚ ਪਾਤਰ ਜੋ ਹੈ ਸਾਹਮਣੇ ਹੁੰਦੇ ਹਨ ਪਰ ਕਹਾਣੀ ਵਿੱਚ ਲੁਕੇ ਹੁੰਦੇ ਹਨ। ਇਸ ਤੋਂ ਅਗਲਾ ਜੋ ਕਵਿਤਾ ਦਾ ਪਰੰਪਰਾਗਤ ਰੂਪ ਹੈ ਉਹ ਹੈ ਪ੍ਰਗੀਤ। ਪ੍ਰਗੀਤ ਵੀ ਇੱਕ ਕਵਿਤਾ ਦਾ ਹੀ ਰੂਪ ਹੈ। ਸ਼ੁੱਧ ਰੂਪ ਵਿੱਚ ਸਰੋਦੀ ਤੇ ਹਲਕੀ ਫੁਲਕੀ ਕਾਵਿ ਰਚਨਾ ਪ੍ਰਗੀਤ ਹੈ ਅਤੇ ਇਸ ਵਿੱਚ ਸੰਗੀਤ ਤੱਤ ਵਧੇਰੇ ਹੁੰਦਾ ਹੈ। ਇਸ ਵਿੱਚ ਭਾਸ਼ਾ, ਧੁਨੀ, ਲੈਅ, ਸਮਰੂਪਤਾ ਅਤੇ ਸੰਵੇਦਨਾਤਮਕ ਸਹਿ ਸੰਬੰਧ ਹੁੰਦਾ ਹੈ ਇਹਨਾਂ ਦਾ ਆਪਸ ਵਿੱਚ। ਇਹ ਇੱਕ ਭਾਸ਼ਕ ਸਿਰਜਣਾ ਹੈ। ਛੰਦ, ਅਨੁਪ੍ਰਾਸ, ਤੁਕਾਂਤ, ਦੁਹਰਾਓ ਭਾਸ਼ਾ ਦੀ ਹਰ ਸੰਭਵ ਜੁਗਤ ਉੱਪਰ ਆਧਾਰਿਤ ਰਹਿੰਦੀ ਹੈ। ਪ੍ਰਗੀਤ ਵਿੱਚ ਆਮ ਤੌਰ 'ਤੇ ਕੋਈ ਮੂਡ, ਭਾਵਨਾ, ਦ੍ਰਿਸ਼ਟੀ ਜਾਂ ਵਿਚਾਰ ਹੀ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਉੱਪਰ ਕਥਾਨਕ ਜਾਂ ਇਤਿਹਾਸਿਕ ਰਚਨਾ ਨਹੀਂ ਕੀਤੀ ਜਾ ਸਕਦੀ। ਪ੍ਰਗੀਤ ਵਿੱਚ ਬਸ ਸ਼ਾਬਦਿਕ ਸਿਰਜਣਾ ਹੀ ਸੰਭਵ ਹੈ। ਇਸ ਤੋਂ ਅੱਗੇ ਹੈ ਨਜ਼ਮ। ਨਜ਼ਮ ਕੀ ਹੈ? ਨਜ਼ਮ ਅਰਬੀ, ਫਾਰਸੀ ਤੇ ਉਰਦੂ ਵਿੱਚ ਪੰਜਾਬੀ ਵਿੱਚ ਪ੍ਰਚਲਿਤ ਹੋਇਆ ਸ਼ਬਦ ਹੈ। ਕਿੱਥੋਂ ਆਇਆ ਹੈ ਨਜ਼ਮ? ਅਰਬੀ, ਫਾਰਸੀ ਅਤੇ ਉਰਦੂ ਤੋਂ, ਜਿਸ ਦਾ ਅਰਥ ਹੈ ਮੋਤੀਆਂ ਨੂੰ ਇੱਕ ਧਾਗੇ ਵਿੱਚ ਪਰੋਣਾ, ਤਰਤੀਬ ਦੇਣਾ ਜਾਂ ਇੰਤਜ਼ਾਮ ਕਰਨਾ। ਭਾਈ ਕਾਨ੍ਹ ਸਿੰਘ ਨਾਭਾ ਨੇ ਨਜ਼ਮ ਦੇ ਅਰਥ ਪਦ ਕਾਵਿ ਅਤੇ ਛੰਦ ਕਾਵਿ ਦਿੱਤੇ ਹਨ। ਕਾਵਿ ਸ਼ਾਸਤਰੀ ਮੁਹਾਵਰੇ ਵਿੱਚ ਨਜ਼ਮ ਸ਼ਬਦ ਕਵਿਤਾ ਦੇ ਅਰਥਾਂ ਵਿੱਚ ਪ੍ਰਯੋਗ ਕਰਦੇ ਹਨ, ਅਰਥਾਤ ਹਰ ਵੰਨਗੀ ਦੀ ਕਵਿਤਾ ਨਜ਼ਮ ਹੈ। ਅਰਬੀ, ਫਾਰਸੀ ਤੇ ਉਰਦੂ ਵਿੱਚ ਮਜ਼ਮੂਨ ਦੇ ਲਿਹਾਜ਼ ਨਾਲ ਕਈ ਭੇਦ ਹਨ। ਨਜ਼ਮ ਦੇ ਭੇਦ ਹਨ: ਇਸ਼ਕੀਆ, ਰਮਜ਼ੀਆ, ਮਜ਼ਾਹੀਆ। ਇਸ ਤੋਂ ਅੱਗੇ ਹੈ ਗਜ਼ਲ ਰੂਪ। ਗਜ਼ਲ ਇੱਕ ਕਾਵਿ ਰੂਪਾਕਾਰ ਹੈ। ਭਾਰਤ ਦੇ ਪੰਜਾਬ ਵਿੱਚ ਇਸ ਦਾ ਪ੍ਰਵੇਸ਼ ਮੁਸਲਮਾਨਾਂ ਦੇ ਪ੍ਰਵੇਸ਼ ਨਾਲ ਹੋਇਆ। ਗਜ਼ਲ ਦਾ ਰੂਪਾਕਾਰ ਉਰਦੂ ਗਜ਼ਲ ਤੋਂ ਪ੍ਰਭਾਵਿਤ ਹੈ, ਯਾਨੀ ਕਿ ਇਹ ਉਰਦੂ ਤੋਂ ਆਇਆ ਹੈ ਪੰਜਾਬੀ ਵਿੱਚ। ਗਜ਼ਲ ਦੇ ਸ਼ੇਅਰ ਇੱਕ ਦੂਜੇ ਤੋਂ ਨਿਰਪੱਖ ਸਥਿਤੀ ਵਿੱਚ ਹੁੰਦੇ ਹਨ। ਹਰ ਸ਼ੇਅਰ ਆਪਣੀ ਸੁਤੰਤਰ ਇਕਾਈ ਰੱਖਦਾ ਹੈ।
ਜਦੋਂ ਖਿਆਲ ਹਰ ਸ਼ੇਅਰ ਦੇ ਸਿਲਸਿਲੇਵਾਰ ਬੰਨ੍ਹਿਆ ਜਾਵੇ ਤਾਂ ਸ਼ੇਅਰ ਪਰਸਪਰ ਸੰਬੰਧਿਤ ਹੋਣ ਜਾਂ ਗਜ਼ਲ ਤਾਂ ਫਿਰ ਜਦੋਂ ਸ਼ੇਅਰ ਇੱਕ ਦੂਜੇ ਨਾਲ ਸੁਤੰਤਰ ਹੁੰਦੇ ਹਨ, ਪਰ ਜਦੋਂ ਉਹ ਇੱਕ ਦੂਸਰੇ 'ਤੇ ਸੰਬੰਧਿਤ ਹੁੰਦੇ ਹਨ ਤਾਂ ਗਜ਼ਲ ਮਸਲਸ ਹੁੰਦੀ ਹੈ। ਇਸ ਦੇ ਸ਼ੇਅਰਾਂ ਦੀ ਗਿਣਤੀ ਹੈ ਜੋ 5 ਤੋਂ 17 ਤੱਕ ਹੋ ਸਕਦੀ ਹੈ। ਗਜ਼ਲ ਦੇ 2 ਮਿਸਰੇ ਜਾਂ 2 ਤੁਕਾਂ ਹੁੰਦੀਆਂ ਹਨ। ਪਹਿਲੇ ਜੋ ਸ਼ੇਅਰ ਨੂੰ ਮਤਲਾ ਕਹਿੰਦੇ ਹਨ ਅਤੇ ਕਾਫੀਏ ਤੋਂ ਮਗਰੋਂ ਰਦੀਫ ਦੀ ਪਾਲਣਾ ਹੁੰਦੀ ਹੈ। ਸੁਰਜੀਤ ਪਾਤਰ ਨੇ ਪੰਜਾਬੀ ਵਿੱਚ ਗਜ਼ਲ ਨੂੰ ਸਿਖਰਾਂ ਉੱਤੇ ਪਹੁੰਚਾਇਆ ਹੈ। ਗਜ਼ਲ ਲਿਖਣ ਵਾਲੇ ਨੂੰ ਗਜ਼ਲ ਗੋ ਆਖਿਆ ਜਾਂਦਾ ਹੈ। ਤਾਂ ਸੁਰਜੀਤ ਪਾਤਰ ਇੱਕ ਗਜ਼ਲ ਗੋ ਹਨ। ਅੱਗੇ ਵਾਰਤਕ ਰੂਪ ਹਨ। ਵਾਰਤਕ ਰੂਪ ਵਿੱਚ ਨਾਵਲ ਨੂੰ ਮਹਾਂਕਾਵ ਦਾ ਵਿਕਸਿਤ ਰੂਪ ਮੰਨਿਆ ਜਾਂਦਾ ਹੈ, ਕਿਉਂਕਿ ਮਹਾਂਕਾਵ ਅਤੇ ਨਾਵਲ ਦੀਆਂ ਕਈ ਵਿਸ਼ੇਸ਼ਤਾਵਾਂ ਜੋ ਆਪਸ ਵਿੱਚ ਮੇਲ ਖਾਂਦੀਆਂ ਹਨ, ਸਿਵਾਏ ਇਸਦੇ ਕਿ ਮਹਾਂਕਾਵ ਪਦ ਰੂਪ ਹੈ ਅਤੇ ਨਾਵਲ ਗਦ ਰੂਪ ਹੈ। ਨਾਵਲ ਵਿਰਾਟ ਰੂਪ ਹੈ, ਵਿਸ਼ਾਲ ਕੈਨਵਸ ਰੱਖਣ ਵਾਲਾ ਸਾਹਿਤ ਰੂਪ ਹੈ। ਨਾਵਲ ਉਦਯੋਗਿਕ ਯੁੱਗ ਦੀ ਪੈਦਾਵਾਰ ਹੈ। ਪੂੰਜੀਪਤੀ ਰੰਗਤ ਵਾਲਾ ਹੋ ਜਾਂਦਾ ਹੈ। ਜਦੋਂ ਢਾਂਚਾ ਪੂੰਜੀਪਤੀ ਰੰਗਤ ਵਾਲਾ ਹੋ ਜਾਂਦਾ ਹੈ ਤਾਂ ਨਾਵਲ ਵਰਗਾ ਸਾਹਿਤ ਰੂਪ ਹੋਂਦ ਵਿੱਚ ਆਉਂਦਾ ਹੈ। ਨਾਵਲ ਇਤਿਹਾਸ ਦੇ ਰੂਪ ਦੇ ਇਤਿਹਾਸ ਨੂੰ ਪੇਸ਼ ਕਰਦਾ ਹੈ। ਨਾਵਲ ਇਤਿਹਾਸ ਦੇ ਰੂਪ ਦੇ ਇਤਿਹਾਸ ਨੂੰ ਪੇਸ਼ ਕਰਨ ਵਾਲਾ ਹੈ। ਮਹਾਂਕਾਵ ਅਤੇ ਨਾਵਲ ਮਨ ਅਤੇ ਸੰਸਾਰ ਵਿਚਲੇ ਰਿਸ਼ਤੇ ਦੇ ਪ੍ਰਗਟਾਅ ਪੈਟਰਨ ਵਜੋਂ ਹੋਂਦ ਵਿੱਚ ਆਉਂਦੇ ਹਨ। ਇਸੇ ਵਿੱਚ ਹੀ ਨਾਵਲ ਦੀ ਸਾਰਥਕਤਾ ਹੈ। ਨਾਵਲ ਦਾ ਮਹਾਂਕਾਵ ਰੂਪ ਬਾਹਰਲੇ ਸੰਸਾਰ ਤੋਂ, ਮੁੱਖ ਪਾਤਰ ਅਤੇ ਉਪਜੀ ਵਿਅੰਗਾਂਗੀ ਤੋਂ ਉਪਜਦਾ ਹੈ। ਪ੍ਰਸਿੱਧ ਮਾਰਕਸਵਾਦੀ ਚਿੰਤਕ ਜਾਰਜ ਲੂਕਾਸ ਮਹਾਂਕਾਵ ਅਤੇ ਨਾਵਲ ਨੂੰ ਮਹਾਨ ਮਹਾਂਕਾਵਿਕ ਸਾਹਿਤ ਦੇ ਰੂਪ ਮੰਨਦਾ ਹੈ ਅਤੇ ਜੋ ਨਾਵਲ ਦਾ ਰੂਪ ਹੈ ਮੱਧ ਸ਼੍ਰੇਣੀ ਦੇ ਉਭਰਨ ਨਾਲ ਵਿਕਸਿਤ ਹੋਇਆ ਹੈ। ਨਾਵਲ ਦਾ ਸਮੁੱਚਾ ਅੰਦਰਲਾ ਕਰਮ ਸਮੇਂ ਦੀ ਸ਼ਕਤੀ ਦੇ ਵਿਰੁੱਧ ਕੀਤੇ ਸੰਘਰਸ਼ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜੋ ਮੁੱਖ ਪਾਤਰ ਹੁੰਦਾ ਹੈ ਉਹ ਸਮੇਂ ਦੀ ਸ਼ਕਤੀ ਦੇ ਵਿਰੁੱਧ ਸੰਘਰਸ਼ ਕਰਦਾ ਹੈ। ਨਾਵਲ ਵਿੱਚ ਨਾਵਲ ਇੱਕ ਲੰਬੀ ਕਹਾਣੀ ਹੈ ਜਿਹੜੀ ਜੀਵਨ ਦੀਆਂ ਇੱਕ ਤੋਂ ਵਧੇਰੇ ਪਰਤਾਂ ਨੂੰ ਫੋਲਦੀ ਹੈ। ਕਹਾਣੀ ਜੋ ਇੱਕ ਪੱਖ ਨੂੰ ਪੇਸ਼ ਕਰਦੀ ਹੈ, ਪਰ ਨਾਵਲ ਜੀਵਨ ਦੀਆਂ ਵਧੇਰੇ ਪਰਤਾਂ ਨੂੰ ਖੋਲ੍ਹਦਾ ਹੈ। ਮਹਾਂਕਾਵ ਨਾਲੋਂ ਅੱਜ ਦੇ ਸਮੇਂ ਵਿੱਚ ਨਾਵਲ ਵਧੇਰੇ ਮਕਬੂਲ ਹੋਇਆ ਹੈ, ਕਿਉਂਕਿ ਨਾਵਲ ਦਾ ਵਿਸ਼ੇ ਵਸਤੂ ਆਧੁਨਿਕ ਜੀਵਨ ਨਾਲ ਜੁੜਿਆ ਹੈ। ਆਧੁਨਿਕ ਸਮੇਂ ਦਾ ਜਟਿਲ ਜੀਵਨ ਹੀ ਨਾਵਲ ਦਾ ਵਿਸ਼ੇ ਵਸਤੂ ਹੈ। ਇਹ ਸੀ ਬਈ ਵਾਰਤਕ ਰੂਪ ਨਾਵਲ। ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ।